ਅਵਾਰਾ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਫੈਲ ਰਹੀ ਹੈ ਜਿਹਨੂੰ ਕਿ ਲੰਪੀ ਸਕਿਨ ਡਿਸੀਜ਼ ਵੀ ਕਿਹਾ ਜਾਂਦਾ, ਜਿਸ ਦੇ ਕਾਰਨ ਕਿ ਪਸ਼ੂਆਂ ਦੇ ਵਿੱਚ ਜਿਹੜੀ ਸਕਿਨ ਹੈ ਉਹਦੇ ਤੇ ਤਫੜ ਹੋ ਜਾਂਦੇ ਨੇ ਤੇ ਨਾਲ ਹੀ ਬਹੁਤ ਜ਼ਿਆਦਾ ਬੁਖਾਰ ਵੀ ਹੋ ਜਾਂਦਾ ਹੈ। ਇੰਨਾ ਕੁ ਖਰਚਾ ਇੱਕ ਦਿਨ ਦਾ ਆਪਾਂ ਮੰਨ ਕੇ ਚੱਲੀ ਵੀ ਐਕਸੀਡੈਂਟਲੀ ਇੰਨਾ ਕੁ ਖਰਚਾ ਹੋ ਜਾਂਦਾ। 2.5 ਤੋਂ 2.5 ਲੱਖ ਰੁਪਏ ਡੇਲੀ ਦਾ ਖਰਚਾ ਹੈ। ਇੱਥੇ ਸਭ ਕੁਝ ਫ੍ਰੀ ਹੈ, ਆਓ ਲੈ ਜਾਓ। ਇਹ ਜਿਹੜੀ ਤੁਸੀਂ ਮੈਡੀਸਨ ਤਿਆਰ ਕੀਤੀ ਹੈ, ਜਿਹੜੀ ਤੁਸੀਂ ਪਸ਼ੂ ਨੂੰ ਦਿੰਦੇ ਹੋ, ਜਦੋਂ ਇਹ ਦੇ ਦਿੰਦੇ ਇਹ ਤੋਂ ਬਾਅਦ ਦੇ ਵਿੱਚ ਮਤਲਬ ਬਿਮਾਰੀ ਹੈ ਜਿਹੜੀ ਜੜੋਂ ਹੀ ਖਤਮ ਹੋ ਜਾਂਦੀ ਹੈ ਜਾਂ ਫਿਰ ਹੌਲੀ ਹੌਲੀ ਫਰਕ ਪੈਂਦਾ ਇਹਦੇ ਨਾਲ? ਨਹੀਂ ਜੀ, 2-3 ਦੇਖੋ, ਜਿਹੜਾ ਤਾਂ 50% ਬਿਮਾਰ ਹੈ ਪਸ਼ੂ ਉਹਦੀ ਰਿਕਵਰੀ ਤਾਂ 1-2 ਦਿਨਾਂ ਦੇ ਅੰਦਰ ਅੰਦਰ ਹੀ ਹੋ ਜਾਂਦੀ ਹੈ ਜੀ। ਜਿਹਦੇ ਕੋਈ ਦਿੱਕਤ ਬਹੁਤ ਜ਼ਿਆਦਾ 80-90% ਹੈ ਜੀ, ਉਹਦਾ 3-4 ਦਿਨ ਲੱਗਦੇ ਆ ਜੀ। ਠੀਕ ਹੈ। ਜੇ ਫਿਰ ਉਹ ਨਾ ਵੀ ਠੀਕ ਹੋਵੇ ਤਾਂ ਉਹਨੂੰ ਵੱਧ ਤੋਂ ਵੱਧ 1 ਡੋਜ਼ ਹੀ ਐਕਸਟਰਾ ਹੋਰ ਦੇਣੀ ਹੈ, ਉਹ ਬਿਲਕੁਲ ਠੀਕ ਹੈ ਜੀ। ਉਹ ਤਾਂ ਦੁੱਧ ਤਾਂ ਬਿਲਕੁਲ ਵੀ ਯੂਜ਼ ਨਹੀਂ ਕਰਨਾ। ਈਵਨ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਆ ਜੀ, ਪਸ਼ੂ ਦਾ ਦੁੱਧ ਕੱਢੋ, ਟੋਆ ਪੱਟ ਕੇ ਉਹਦੇ 'ਚ ਪਾਓ। ਅੱਛਾ। ਨਾ ਆਪਣੇ ਬੱਚਿਆਂ ਨੂੰ ਪਿਆਓ, ਨਾ ਉਹ ਗਊ ਦੇ ਬੱਚੇ ਨੂੰ ਪਿਆਓ, ਨਾ ਹੀ ਡੇਅਰੀ 'ਚ ਪਾਓ। ਬਹੁਤ ਖਤਰਨਾਕ। ਅਸੀਂ ਦਵਾਈ ਫ੍ਰੀ ਦਿੱਤੀ ਆ, ਫ੍ਰੀ ਦੇਈ ਜਾਂਦੇ ਆ, ਜਿੰਨਾ ਚਿਰ ਇਹ ਮਹਾਮਾਰੀ ਚੱਲੂਗੀ ਫ੍ਰੀ ਦੇਣੀ ਆ। ਅਸੀਂ ਕੱਲ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਵੀਨ ਭਵਾਨੀਗੜ੍ਹ ਤੋਂ। ਜਿਨੇ ਵੀ ਦੇਸ਼ ਵਿਦੇਸ਼ ਵਿੱਚ ਬੈਠ ਕੇ ਸਾਡਾ YouTube ਚੈਨਲ ਵੇਖ ਰਹੇ ਨੇ ਉਹਨਾਂ ਸਾਰੇ ਹੀ ਤਮਾਮ ਦਰਸ਼ਕਾਂ ਦਾ ਮੈਂ ਤਹਿ ਦਿਲ ਤੋਂ ਸਵਾਗਤ ਕਰਦੀ ਹਾਂ। ਜੀ ਹਾਂ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਵਾਰਾ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਫੈਲ ਰਹੀ ਹੈ ਜਿਹਨੂੰ ਕਿ ਲੰਪੀ ਸਕਿਨ ਡਿਸੀਜ਼ ਵੀ ਕਿਹਾ ਜਾਂਦਾ, ਜਿਸ ਦੇ ਕਾਰਨ ਕਿ ਪਸ਼ੂਆਂ ਦੇ ਵਿੱਚ ਜਿਹੜੀ ਸਕਿਨ ਹੈ ਉਹਦੇ ਤੇ ਤਫੜ ਹੋ ਜਾਂਦੇ ਨੇ ਤੇ ਨਾਲ ਹੀ ਬਹੁਤ ਜ਼ਿਆਦਾ ਬੁਖਾਰ ਵੀ ਹੋ ਜਾਂਦਾ ਤੇ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਨੇ ਉਸ ਦਾ ਟ੍ਰੀਟਮੈਂਟ ਵੀ ਕਰਾਇਆ, ਪਰ ਜਿਹੜੇ ਪਸ਼ੂ ਨੇ ਉਹ ਠੀਕ ਹੋਣ ਦਾ ਨਾਮ ਹੀ ਨਹੀਂ ਲੈ ਰਹੇ। ਇਸੇ ਕਰਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਰਾਮਪੁਰਾ ਨਰੈਣਪੁਰਾ ਦੇ ਵਿੱਚ, ਜਿੱਥੇ ਕਿ ਇੱਕ ਆਸ਼ਰਮ ਬਣਿਆ ਹੋਇਆ ਨਿਰਵਾਣ ਆਸ਼ਰਮ। ਉੱਥੇ ਸਾਡੇ ਨਾਲ ਮੌਜੂਦ ਨੇ ਬਲਜਿੰਦਰ ਸਿੰਘ ਲਾਲੀ ਜੀ, ਜੋ ਕਿ ਇੱਥੋਂ ਦੇ ਸੇਵਾਦਾਰ ਵੀ ਨੇ ਤੇ ਸਾਬਕਾ ਸਰਪੰਚ ਵੀ ਰਹਿ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜੀ ਬਿਮਾਰੀ ਫੈਲ ਰਹੀ ਹੈ ਇਹਦਾ ਅਸਲ ਦੇ ਵਿੱਚ ਕੀ ਇਲਾਜ ਹੈ ਤੇ ਸੰਭਵ ਹੈ ਵੀ ਜਾਂ ਨਹੀਂ। ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਸਰ? ਬਹੁਤ ਵਧੀਆ ਜੀ। ਜੀ, ਸਭ ਤੋਂ ਪਹਿਲਾਂ ਤਾਂ ਇਸ ਚੈਨਲ ਨੂੰ ਦੇਸ਼ ਤੇ ਵਿਦੇਸ਼ 'ਚ ਜਿੰਨੀ ਵੀ ਸੰਗਤ ਦੇਖ ਰਹੀ ਆ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ। ਸਭ ਤੋਂ ਪਹਿਲਾਂ ਮੈਂ ਬਲਜਿੰਦਰ ਸਿੰਘ ਲਾਲੀ, ਸਾਬਕਾ ਸਰਪੰਚ ਨਰੈਣਪੁਰਾ ਤੇ ਸੇਵਾਦਾਰ ਨਿਰਵਾਣ ਆਸ਼ਰਮ ਰਾਮਪੁਰਾ ਨਰੈਣਪੁਰਾ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਨਿਰਵਾਣ ਆਸ਼ਰਮ ਦਾ ਥੋੜ੍ਹਾ ਜਿਹਾ ਸੰਖੇਪ 'ਚ ਇਤਿਹਾਸ ਦੱਸਣਾ ਚਾਹੁੰਦੇ ਹਾਂ। ਇਸ ਨਿਰਵਾਣ ਆਸ਼ਰਮ ਦੀ ਸਥਾਪਨਾ ਸੰਤ ਚੇਤਨ ਦਾਸ ਜੀ ਨੇ ਅੱਜ ਤੋਂ ਲਗਭਗ 2 ਸਦੀਆਂ ਪਹਿਲਾਂ ਕੀਤੀ ਸੀ। ਤਾਂ ਇਹ ਉਦਾਸੀਨ ਮਤ ਦਾ ਭਗਵਾਨ ਸ਼੍ਰੀ ਚੰਦਰ ਜੀ ਦਾ ਵਰਸਾਇਆ ਹੋਇਆ ਇਹ ਉਸ ਮਤ ਦਾ, ਉਸ ਪਰੰਪਰਾ ਦਾ ਡੇਰਾ ਹੈ। ਉਦਾਸੀਨ ਨੇ, ਨਿਰਵਾਣ ਰਹਿੰਦੇ ਨੇ, ਸ਼ਾਦੀ ਨਹੀਂ ਕਰਾਉਂਦੇ, ਦੀਨ ਦੁਨੀਆ ਦੀ ਸੇਵਾ ਵਿੱਚ ਇਹ ਆਪਣੀ ਭਗਤੀ ਵਿੱਚ ਇਹ ਜ਼ਿੰਦਗੀ ਗੁਜ਼ਾਰਦੇ ਨੇ। ਜੋ ਵੀ ਸਮੇਂ ਦੇ ਇੱਥੇ ਗੱਦੀ ਨਸ਼ੀਨ ਸੰਤ ਰਹੇ ਨੇ, ਉਹਨਾਂ ਨੇ ਦਵਾਈ ਤੌਰ ਤੇ, ਆਸ਼ੀਰਵਾਦ ਤੌਰ ਤੇ ਬਹੁਤ ਪ੍ਰਕਾਰ ਨਾਲ ਇਸ ਸਮਾਜ ਦਾ ਤੇ ਸੰਗਤ ਦਾ ਭਲਾ ਕੀਤਾ ਹੈ। ਹੁਣ ਮੌਕੇ ਤੇ ਜੋ ਸਾਡੇ ਇੱਥੇ ਗੱਦੀ ਨਸ਼ੀਨ ਨੇ ਮਹਾਮੰਡਲੇਸ਼ਵਰ ਸਵਾਮੀ ਯੋਗਿੰਦਰਾਨੰਦ ਜੀ, ਉਹ ਦੇਸੀ ਦਵਾਈਆਂ ਦੇ ਬਹੁਤ ਮਾਹਰ ਨੇ, ਜਲ ਧਾਰਾ ਧੂਣੀ ਤਪੱਸਿਆ ਕਰਦੇ ਨੇ, ਅਥਾਹ ਸ਼ਕਤੀਆਂ ਦੇ ਮਾਲਕ ਨੇ। ਇਸ ਨਗਰ ਤੇ ਇਸ ਇਲਾਕੇ ਤੇ ਉਹਨਾਂ ਦੀ ਬਹੁਤ ਮਿਹਰ ਹੈ। ਤਾਂ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਜਦੋਂ ਪਸ਼ੂਆਂ ਵਿੱਚ ਇਹ ਫੋੜੇ, ਤਫੜ ਵਗੈਰਾ ਤੇ ਲੰਪੀ ਸਕਿਨ ਡਿਜ਼ੀਜ਼ ਦੀ ਪ੍ਰੋਬਲਮ ਆਈ, ਤਾਂ ਇਹ ਕਾਫੀ ਸਾਡੇ ਅਵਾਰਾ ਪਸ਼ੂ ਕਾਫੀ ਨੇ। ਤਾਂ ਇਹ ਅਸੀਂ ਦੇਖੀ ਤਾਂ ਅਸੀਂ, ਸਾਡੇ ਡਾਕਟਰ ਸਾਹਿਬ ਨੇ, ਗੁਰਲਾਬ ਸਿੰਘ, ਦਵਿੰਦਰ ਸਿੰਘ, ਕਈ ਜਣਿਆਂ ਨੇ ਅਸੀਂ ਇਕੱਠੇ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਪੁਰਾਣਾ ਕੋਈ ਦੇਸੀ ਨੁਸਖਾ ਜੇ ਤੁਹਾਡੇ ਕੋਲ ਹੈ ਤਾਂ ਆਪਾਂ ਇਹ ਪਰਮਾਰਥ ਕਰੀਏ। ਇਹ ਗਊ ਮਾਤਾ ਨੂੰ ਬਹੁਤ ਦਿੱਕਤ ਹੋ ਰਹੀ ਹੈ, ਬਹੁਤ ਗਊਆਂ ਮਰ ਰਹੀਆਂ ਸੀ ਜੀ। ਤਾਂ ਅਸੀਂ ਚਲੋ ਬਾਬਾ ਜੀਆਂ ਨੂੰ ਬੇਨਤੀ ਕਰੀ। ਉਹਨਾਂ ਨੇ ਇੱਕ ਦਿਨ ਲਾਇਆ, ਪੁਰਾਣੇ ਗ੍ਰੰਥ ਕੱਢੇ ਜਿਹੜੇ ਉਹਨਾਂ ਤੋਂ ਪਹਿਲਾਂ 2-3 ਪੀੜ੍ਹੀਆਂ ਪਹਿਲਾਂ ਦੇ ਸੰਤ ਜੀ ਸੀਗੇ, ਉਹਨਾਂ ਦੇ ਲਿਖੇ ਹੋਏ ਸੀ। ਤਾਂ ਉੱਥੋਂ ਇਹ ਨੁਸਖਾ ਲੱਭਿਆ ਸਾਨੂੰ। ਠੀਕ ਹੈ। ਹਾਂਜੀ। ਫਿਰ ਇਹ ਦਵਾਈ ਅਸੀਂ ਤਿਆਰ ਕੀਤੀ ਕਰਕੇ ਪਹਿਲਾਂ ਅਵਾਰਾ ਪਸ਼ੂਆਂ 'ਤੇ ਅਸੀਂ ਪ੍ਰੈਕਟੀਕਲ ਕੀਤਾ ਜੀ। 2-3 ਦਿਨ ਦੇਖਿਆ, ਉਹਨਾਂ 'ਚ ਕਾਫੀ ਸੁਧਾਰ ਹੋਇਆ, ਕਾਫੀ ਠੀਕ ਹੋਏ। ਫਿਰ ਅਸੀਂ ਜਿਵੇਂ ਘਰਾਂ 'ਚ ਪ੍ਰੋਬਲਮ ਸੀ ਪਸ਼ੂਆਂ ਨੂੰ, ਤਾਂ ਅਸੀਂ ਆਪਣੇ ਘਰਾਂ 'ਚ ਪਸ਼ੂਆਂ ਨੂੰ ਦਿੱਤਾ, ਉਹ ਬਿਲਕੁਲ ਠੀਕ ਹੋ ਗਏ। ਉਸ ਤੋਂ ਅੱਗੇ ਫਿਰ ਅਸੀਂ ਸੋਚਿਆ ਇਲਾਕੇ ਬਾਰੇ ਕਿ ਆਪਣੇ ਇਲਾਕੇ ਨੂੰ ਇਸ ਦਾ ਚਲੋ ਫਾਇਦਾ ਹੋਣਾ ਚਾਹੀਦਾ। ਚਲੋ ਅਸੀਂ ਨੇੜੇ ਪਿੰਡਾਂ 'ਚ ਇਹ ਅਨਾਊਂਸਮੈਂਟ ਕਰਵਾਈ ਕਿ ਇਹ ਦਵਾਈ ਹੈ, ਤੁਸੀਂ ਆਓ ਤੇ ਲੈ ਸਕਦੇ ਹੋ। ਹਾਲਾਂਕਿ ਉਦੋਂ ਤੱਕ ਚਲੋ ਸਰਕਾਰ ਉਪਰਾਲੇ ਤਾਂ ਕਰ ਰਹੀ ਸੀ, ਪਰ ਇਹਦੀ ਕੋਈ ਵੈਕਸੀਨ ਅਜੇ ਤੱਕ ਨਹੀਂ ਆਈ ਸੀ। ਬਿਲਕੁਲ। ਸੰਗਤ 'ਚ ਅਸੀਂ ਵਰਤਾਉਣੀ ਸ਼ੁਰੂ ਕੀਤੀ। ਉਹ ਪਹਿਲੇ ਦਿਨ ਚਲੋ 2 ਪਿੰਡਾਂ ਦੀ ਸੰਗਤ ਆਈ, ਦੂਸਰੇ ਦਿਨ 20 ਪਿੰਡਾਂ ਦੀ ਆਈ, ਤੀਸਰਾ ਚੌਥਾ ਦਿਨ ਆਉਂਦੇ ਤਾਂ ਜੀ ਫਿਰ ਇੱਥੇ ਮੇਲੇ ਲੱਗ ਗਏ। ਤੇ ਜਿਹੜੇ ਤੁਸੀਂ ਦਵਾਈ ਤਿਆਰ ਕਰਦੇ ਤੇ ਕਿੰਨਾ ਕੁ ਖਰਚਾ ਆ ਜਾਂਦਾ ਜੀ? ਮੈਡਮ ਦੇਖੋ, ਮੌਕੇ ਤੇ 8 ਵੱਡੇ ਕੜਾਹੇ ਚੜੇ ਹੋਏ ਨੇ ਜੀ, ਤੇ ਇੱਕ ਕੜਾਹੇ ਤੇ ਲਗਭਗ 25 ਤੋਂ 30 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਜੀ। ਇੱਕ ਦਿਨ 'ਚ ਕਿੰਨੀ ਕੁ ਜਿਹੜੀ ਦਵਾਈ ਤੁਸੀਂ ਤਿਆਰ ਕਰ ਦਿੰਦੇ ਹੋ? ਮੈਡਮ ਹੁਣ ਉਹਦੀ ਕੋਈ ਕੁਆਂਟੀਟੀ ਦਾ ਕੋਈ ਅੰਦਾਜ਼ਾ ਨਹੀਂ ਹੈ ਜੀ। ਉਹ ਤਾਂ ਬਸ ਜਿਵੇਂ ਇੱਕ ਖਾਲੀ ਹੋ ਗਿਆ
ਤਾਂ ਉਸ ਨੂੰ ਦੁਬਾਰਾ ਫਿਰ ਅੱਗ ਤੇ ਰੱਖਦੇ ਨੇ ਦਵਾਈ ਬਣਨ ਵਾਸਤੇ, ਫਿਰ ਦੂਸਰਾ, ਫਿਰ ਤੀਸਰਾ, ਮਤਲਬ ਇਹ ਰੋਟੇਸ਼ਨ ਦਿਨ ਰਾਤ ਚੱਲਦੀ ਰਹਿੰਦੀ ਹੈ ਜੀ। ਕਿੰਨਾ ਕੁ ਖਰਚਾ ਇੱਕ ਦਿਨ ਦਾ ਆਪਾਂ ਮੰਨ ਕੇ ਚੱਲੀ ਵੀ ਐਕਸੀਡੈਂਟਲੀ ਇੰਨਾ ਕੁ ਖਰਚਾ ਹੋ ਜਾਂਦਾ? 2.5 ਤੋਂ 2.5 ਲੱਖ ਰੁਪਏ ਡੇਲੀ ਦਾ ਖਰਚਾ ਹੈ। ਇੰਨਾ ਖਰਚਾ ਫਿਰ ਤੁਸੀਂ ਕਿੱਦਾਂ ਸਾਰਾ ਮਤਲਬ ਮੇਨਟੇਨ ਕਰਦੇ ਹੋ ਇਹਨਾਂ ਚੀਜ਼ਾਂ ਨੂੰ? ਬਸ ਗੁਰੂ ਜੀਆਂ ਦੀ ਕਿਰਪਾ ਹੈ ਜੀ, ਕੁਛ ਨਗਰ ਵਾਸੀਆਂ ਨੇ ਸਹਿਯੋਗ ਕੀਤਾ ਹੈ, ਇਲਾਕੇ ਦੀਆਂ ਸੰਗਤਾਂ ਨੇ ਬਹੁਤ ਸਹਿਯੋਗ ਕੀਤਾ ਜੀ। ਤੇ ਕੁਛ ਜਿਵੇਂ ਸੰਗਤ ਦਵਾਈ ਲੈਣ ਆਉਂਦੀ ਹੈ ਉਹ ਵੀ ਆਪਦੇ ਵੱਲੋਂ ਵੱਧ ਤੋਂ ਵੱਧ, ਚਲੋ ਕੋਈ ਗਰੀਬ ਆਦਮੀ ਹੈ ਵਿਚਾਰਾ ਥੋੜ੍ਹੇ ਦਾ ਕਰਦਾ ਹੈ, ਸਰਦਾ ਹੈ ਉਹ ਵੱਧ ਦਾ ਕਰਦਾ ਹੈ, ਮਿਲ ਜੁਲ ਕੇ ਇਹ ਚੱਲ ਰਿਹਾ ਜੀ। ਕੁਛ ਜਿਵੇਂ ਗਊਸ਼ਾਲਾ ਨੇ ਤਾਂ ਗਊਸ਼ਾਲਾ ਤੋਂ ਅਸੀਂ ਸੇਵਾ ਰੂਪੀ ਕੁਛ ਲੈਂਦੇ ਹਾਂ ਜੀ। ਉਹ ਸਾਡੀ ਮਜਬੂਰੀ ਹੋ ਗਈ ਲੈਣਾ, ਪਹਿਲਾਂ ਨਹੀਂ ਲੈਂਦੀ ਸੀ। ਉਹਨਾਂ ਤੋਂ ਕਿੰਨੇ ਕਿ ਤੁਸੀਂ ਪੈਸੇ ਲੈ ਲੈਂਦੇ ਫਿਰ ਵੀ ਜਿਹੜੇ ਗਊਸ਼ਾਲਾ ਵਾਲੇ ਆਉਂਦੇ ਨੇ? ਇੱਕ ਕਿੱਟ ਦਾ ਮੈਡਮ ਪਹਿਲਾਂ 3000 ਰੁਪਏ ਲੈਂਦੀ ਸੀ, ਉਹਦੇ ਵਿੱਚ ਕਿੰਨੇ ਕਿ ਜਿਹੜੇ ਪਸ਼ੂਆਂ 100 ਤੋਂ 125 ਪਸ਼ੂਆਂ ਦੀ ਦਵਾਈ ਉਹਦੇ 'ਚ ਆ ਜਾਂਦੀ ਹੈ ਜੀ। ਠੀਕ ਹੈ ਜੀ। ਹਾਂ, ਫਿਰ ਉਹ ਅਸੀਂ ਮਤਲਬ ਦਵਾਈਆਂ ਜਿਵੇਂ 20-22 ਪ੍ਰਕਾਰ ਦੀਆਂ ਪੰਸਾਰੀ ਤੋਂ ਆਉਂਦੀਆਂ ਨੇ ਜੀ, ਤਾਂ ਉਹ ਫਿਰ ਉਹਨਾਂ ਨੇ ਪੰਸਾਰੀਆਂ ਨੇ ਮਹਿੰਗਾ ਕਰਤਾ, ਕਿਉਂਕਿ ਸਾਡੇ ਨੇੜੇ ਨੇੜੇ ਜਿੰਨੇ ਸ਼ਹਿਰ ਨੇ ਸਾਰਿਆਂ 'ਚੋਂ ਕਿੱਟਾਂ ਖਤਮ ਹੋ ਗਈਆਂ, ਫਿਰ ਅਸੀਂ ਅੰਮ੍ਰਿਤਸਰ ਤੋਂ ਲਿਆਂਦੀਆਂ ਜੀ ਜਾ ਕੇ। ਠੀਕ ਹੈ। ਹਾਂ, ਫਿਰ ਉਹਨਾਂ ਨੇ ਮਹਿੰਗੀ ਦਿੱਤੀ ਤਾਂ ਫਿਰ ਉਹ ਓਬਵੀਅਸਲੀ ਸਾਨੂੰ ਵੀ ਕੁਝ ਕਰਨਾ ਪਿਆ। ਬਟ ਜਿਹੜੇ ਆਮ ਲੋਕ ਆਉਂਦੇ ਨੇ ਉਹਨਾਂ ਤੋਂ ਪੈਸੇ ਲੈਣੇ? ਨਹੀਂ, ਬਿਲਕੁਲ ਫ੍ਰੀ ਹੈ ਜੀ। ਬਹੁਤ ਦੂਰ ਦਰਾਡੇ ਦੀ, ਸਾਰਾ ਪੰਜਾਬ, ਸਾਰਾ ਰਾਜਸਥਾਨ, ਅੱਧਾ ਹਰਿਆਣਾ ਜੀ, ਯੂਪੀ ਤੱਕ ਦੀ ਸੰਗਤ ਈਵਨ ਇੱਥੋਂ ਤੱਕ ਆ ਕੇ ਮੈਡੀਸਨ ਲੈ ਕੇ ਜਾ ਚੁੱਕੀ। ਇੱਕ ਦਿਨ 'ਚ ਕਿੰਨੇ ਕਿ ਤੁਹਾਡੇ ਕੋਲੇ ਆ ਜਾਂਦੇ ਆ ਲੋਕ? ਹੁਣ ਤਾਂ ਕੁਛ ਰਕਸ਼ਾ ਬੰਧਨ ਕਰਕੇ ਥੋੜਾ 2-3 ਦਿਨਾਂ ਦਾ ਘੱਟ ਹੈ। ਹਾਂਜੀ। ਤੇ ਪਹਿਲਾਂ ਤਾਂ 4 ਤੋਂ 5000 ਬੰਦਾ ਡੇਲੀ ਸੀ। ਮਤਲਬ ਤੁਸੀਂ ਇੰਨੇ ਲੋਕਾਂ ਨੂੰ ਹੈਂਡਲ ਕਰਨਾ ਜੀ ਵੀ ਬਹੁਤ ਵੱਡੀ ਗੱਲ ਹੈ। ਕਰ ਲੈਂਦੇ ਸੀ ਸਾਰਿਆਂ ਨੂੰ ਹੈਂਡਲ? ਹਾਂਜੀ, ਗੁਰੂ ਦੀ ਕਿਰਪਾ ਹੈ ਜੀ। ਲੰਗਰ ਚੱਲਦੇ ਆ, ਰਾਤ ਨੂੰ ਰਹਿਣ ਦਾ ਪ੍ਰਬੰਧ ਹੈ ਜੀ। ਬਹੁਤ 100-150 ਬੰਦਾ ਮਾਈਆਂ ਰਾਤ ਨੂੰ ਇੱਥੇ ਰਹਿੰਦੀਆਂ ਵੀ ਨਹੀਂ। ਠੀਕ ਹੈ ਜੀ। ਸਰ ਜਿਹੜੀ ਇਹ ਦਵਾਈ ਆ ਲੋਕ ਆਪ ਵੀ ਘਰੇ ਤਿਆਰ ਕਰ ਸਕਦੇ ਨੇ? ਨਾ ਜੀ, ਇੱਦਾਂ ਲਗਭਗ ਇੰਪੋਸੀਬਲ ਹੈ ਜੀ, ਕਿਉਂਕਿ 34-35 ਪ੍ਰਕਾਰ ਦੀਆਂ ਜੜੀਆਂ ਬੂਟੀਆਂ ਨੇ ਤੇ ਅੱਧੇ ਤੋਂ ਵੱਧ ਜਿਹੜੀਆਂ ਨੇ ਉਹ ਤਾਂ ਪੰਸਾਰੀ ਤੋਂ ਮਿਲ ਜਾਂਦੀਆਂ ਨੇ। 6-7 ਪ੍ਰਕਾਰ ਦੀਆਂ ਐਸੀਆਂ ਜਿਹੜੀਆਂ ਅਸੀਂ ਨਹਿਰਾਂ ਤੋਂ ਪੁੱਟ ਕੇ ਲਿਆਉਂਦੇ ਹਾਂ। ਅੱਛਾ। ਤੇ ਕੁਝ ਐਸੀਆਂ ਨੇ ਜੋ ਮਤਲਬ ਇਸ ਮੌਸਮ 'ਚ ਪੈਦਾ ਹੀ ਨਹੀਂ ਹੁੰਦੀਆਂ, ਉਹ ਸਰਦੀਆਂ 'ਚ ਪੈਦਾ ਹੁੰਦੀਆਂ, ਤਾਂ ਉਹ ਉਦੋਂ ਪੁੱਟ ਕੇ ਰੱਖ ਲੈਂਦੇ, ਕਿਉਂਕਿ ਬਾਬਾ ਜੀ ਦੇ ਇੱਥੇ ਦੇਸੀ ਦਵਾਈ ਦਾ ਚੱਲਦਾ ਰਹਿੰਦਾ। ਠੀਕ ਹੈ ਜੀ। ਉਦੋਂ ਦੀਆਂ ਉਹ ਪੀਸ ਕੇ ਰੱਖੀਆਂ ਹੋਈਆਂ ਨੇ, ਉਹ ਵੀ ਅਸੀਂ ਵਰਤੋਂ 'ਚ ਲੈ ਰਹੇ ਹਾਂ। ਇਹ ਸੋਸ਼ਲ ਮੀਡੀਆ ਤੇ ਜਿਵੇਂ ਚੱਲ ਰਿਹਾ ਜੀ, ਰਾਮਪੁਰੇ ਵਾਲੀ ਦਵਾਈ ਹੈ, ਇਹ ਨੁਸਖਾ ਹੈ ਜੀ, ਉਹ ਬਿਲਕੁਲ ਫੇਕ ਹੈ ਜੀ। ਇਹ ਦਵਾਈ ਦਾ ਨਾ ਕਿਸੇ ਨੂੰ ਨੁਸਖਾ ਪਤਾ ਹੈ, ਇਹ ਬਾਬਾ ਜੀਆਂ ਨੂੰ ਪਤਾ ਹੈ। ਇਹ ਦਵਾਈ ਸਿਰਫ ਇੱਥੇ ਹੀ ਬਣਦੀ ਹੈ ਤੇ ਇੱਥੇ ਹੀ ਮਿਲਦੀ ਹੈ। ਤੇ ਤੁਸੀਂ ਜੇ ਉੱਥੇ ਦੇਖੋ ਤਾਂ ਤੁਸੀਂ ਉੱਥੇ ਖੜ ਨਹੀਂ ਸਕਦੇ, ਕਿਉਂਕਿ ਇੱਕ ਕੜਾਹੇ ਨੀਚੇ ਐਡੀਆਂ ਮੋਟੀਆਂ ਲੱਕੜਾਂ 4 ਘੰਟਿਆਂ ਤੱਕ ਉਹਨੂੰ ਪੂਰਾ ਕਾੜਦੇ ਆ ਜੀ ਦਵਾਈ ਨੂੰ ਅਸੀਂ। ਤਾਂ ਜਿਹੜਾ ਬੰਦਾ ਉੱਥੇ ਸੇਵਾਦਾਰ ਖਲੋਤਾ ਹੈ ਉਹਦਾ ਵਿਚਾਰੇ ਦਾ ਬਹੁਤ ਬੁਰਾ ਹਾਲ ਹੋ ਜਾਂਦਾ। ਬਹੁਤ ਔਖੀ ਹੈ ਜੀ ਦਵਾਈ ਤਿਆਰ ਕਰਨੀ, ਘਰੇ ਤਾਂ ਇਹ ਲਗਭਗ ਨਾਮੁਮਕਿਨ ਹੈ। ਨਹੀਂ ਮਤਲਬ ਜਿੱਦਾਂ ਤੁਸੀਂ ਦੱਸਿਆ ਨਾ ਵੀ ਪਹਿਲਾਂ ਰੱਖਣੀ ਪੈਂਦੀ ਹੈ ਦਵਾਈ ਉੱਥੋਂ, ਵੀ ਤੁਸੀਂ ਜੜੀਆਂ ਬੂਟੀਆਂ ਨੂੰ ਪਹਿਲਾਂ ਪੀਸ ਕੇ। ਕਿੰਨੀ ਕੁ ਦਵਾਈ ਸੀ ਜਿਹੜੀ ਵੀ ਮਤਲਬ ਹਜੇ ਤੱਕ ਵੀ ਚੱਲੀ ਜਾ ਰਹੀ ਤੁਹਾਡੇ ਕੋਲੇ? ਕਿੰਨੀ ਕੁ ਜੜੀਆਂ ਬੂਟੀਆਂ ਤੁਸੀਂ ਪੱਟ ਕੇ ਰੱਖੀਆਂ ਹੋਈਆਂ? ਨਹੀਂ ਮੈਮ, ਸਾਰੀਆਂ ਚੀਜ਼ਾਂ ਮਤਲਬ ਇਹ ਨਹੀਂ ਵੀ ਕਿਲੋਆਂ ਦੀ ਮਾਤਰਾ 'ਚ ਹੀ ਪੈਂਦੀਆਂ ਨੇ, ਕੋਈ ਗ੍ਰਾਮਾਂ 'ਚ ਵੀ ਪੈਂਦੀ ਹੈ। ਠੀਕ ਹੈ। ਕੋਈ 100 ਗ੍ਰਾਮਾਂ 'ਚ ਵੀ ਪੈਂਦੀ ਹੈ, ਕੋਈ ਕਿਲੋਗ੍ਰਾਮਾਂ 'ਚ ਵੀ ਪੈਂਦੀ ਹੈ ਜੀ, ਕੋਈ ਛਿਲਕਾ ਵੀ ਪੈਂਦਾ ਹੈ, ਮਤਲਬ ਬਹੁਤ ਪ੍ਰਕਾਰ ਦਾ ਹੈ ਜੀ। ਮਤਲਬ ਕਿ ਇੰਪੋਸੀਬਲ ਹੈ ਵੀ ਆਪਾਂ ਆਪ ਘਰੇ ਤਿਆਰ ਕਰਨਾ ਹੈ, ਇਹ ਘਰੇ ਨਹੀਂ ਤਿਆਰ ਹੋ ਸਕਦੀ ਤੇ ਇੱਥੋਂ ਹੀ ਮਿਲ ਸਕਦੀ ਆ, ਤੇ ਉਹ ਵੀ ਤੁਸੀਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਜੀ ਇੱਥੇ ਦੇਖਣ ਨੂੰ ਮਿਲੀ ਆ ਕਿ ਜਿਹੜੇ ਦੂਰ ਦੁਰਾਡੇ ਤੋਂ ਲੋਕ ਆਉਂਦੇ ਨੇ ਉਹ ਇੱਥੇ ਦਵਾਈ ਵੀ ਲੈ ਸਕਦੇ ਨੇ, ਪਲੱਸ ਇੱਥੇ ਤੁਹਾਡੇ ਰਹਿਣ ਦਾ, ਖਾਣ ਪੀਣ ਦਾ ਸਭ ਕੁਝ ਇੱਥੇ ਹੈਗੀਆਂ, ਫੈਸਿਲਿਟੀਜ਼ ਹੈਗੀਆਂ ਨੇ। ਨਹਾਉਣ ਦਾ ਵੀ ਪ੍ਰਬੰਧ ਵਧੀਆ ਕੀਤਾ ਹੋਇਆ ਤੇ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ। ਬਾਕੀ ਤਾਂ ਅਸੀਂ ਸਕਰੀਨ ਤੇ ਨੀਚੇ ਜ਼ਰੂਰ ਤੁਹਾਨੂੰ ਸਾਰੀਆਂ ਚੀਜ਼ਾਂ ਮੈਂਸ਼ਨ ਕਰ ਦਾਂਗੇ, ਬਕਾਇਦਾ ਇਹਨਾਂ ਦਾ ਕੰਟੈਕਟ ਨੰਬਰ ਵੀ ਦੇ ਸਕਦੇ ਹਾਂ। ਤੇ ਜੇਕਰ ਕਿਸੇ ਨੇ ਵੀ ਮੈਡੀਸਿਨ ਲੈਣੀ ਹੋਈ ਤਾਂ ਇੱਥੋਂ ਆ ਕੇ ਤੁਸੀਂ ਲੈ ਕੇ ਜਾ ਸਕਦੇ। ਜਿਹੜੇ ਲੋਕ ਨੇ ਅਵਾਰਾ ਪਸ਼ੂ ਨੂੰ ਇਦਾਂ ਹੀ ਛੱਡ ਦਿੰਦੇ ਨੇਗੇ, ਉਹਨਾਂ ਨੂੰ ਬਿਮਾਰੀ ਫੈਲ ਰਹੀ ਹੈਗੀ, ਕਿਤੇ ਨਾ ਕਿਤੇ ਉਹ ਮਰ ਵੀ ਜਾਂਦੇ ਨੇ ਤੇ ਉਹ ਇਦਾਂ ਹੀ ਪਏ ਰਹਿੰਦੇ ਨੇ ਸੜਕਾਂ ਤੇ ਉਹਨਾਂ ਦੇ ਨਾਲ ਨਹੀਂ ਬਿਮਾਰੀ ਫੈਲਣ ਦਾ ਡਰ ਹੈਗਾ? ਡਰ ਤਾਂ ਹੈ ਮੈਡਮ। ਹੁਣ ਅਸੀਂ ਥੋੜਾ ਜਿਹਾ ਰਿਲੈਕਸ ਹੋਏ ਆ ਆਮ ਸੰਗਤ ਵੱਲੋਂ, ਤਾਂ ਕੱਲ ਨੂੰ ਅਸੀਂ ਤੁਹਾਨੂੰ ਉਧਰ ਸਾਡਾ ਚੱਲ ਰਿਹਾ ਜੀ, ਦਵਾਈ ਸਪੈਸ਼ਲ ਬਣ ਰਹੀ ਹੈ, ਤਾਂ ਕੱਲ ਨੂੰ ਅਸੀਂ 5 ਗੱਡੀਆਂ ਲੈ ਕੇ ਨਿਕਲ ਰਹੇ ਹਾਂ ਜੀ ਪੰਜਾਬ ਨੂੰ। ਜਿਹੜੇ ਜਿੱਥੇ ਵੀ ਸੜਕ ਤੇ ਸਾਨੂੰ ਅਵਾਰਾ ਪਸ਼ੂ ਬਿਮਾਰ ਦੇਖਿਆ ਉੱਥੇ ਅਸੀਂ ਉਹਨੂੰ ਦਵਾਈ ਦੇਵਾਂਗੇ। ਘੱਟ ਤੋਂ ਘੱਟ ਕੱਲ ਨੂੰ ਸਾਡਾ ਟਾਰਗੇਟ ਹੈ ਜੀ 2000 ਪਸ਼ੂ ਨੂੰ ਦਵਾਈ ਦੇ ਕੇ। ਠੀਕ ਹੈ। ਤੇ ਜਿਹੜੀ ਉਹ ਦਵਾਈ ਹੈ ਜੀ ਇੱਕ ਵਾਰੀ ਦੇਣ ਨਾਲ ਠੀਕ ਹੋ ਜਾਂਦੇ ਆ ਜਾਂ ਫਿਰ ਵੀ ਕਿੰਨੇ ਕੁ ਵਾਰੀ ਦੇਣੀ ਪੈਂਦੀ ਆ? 3 ਵਾਰ ਦੇਣੀ ਪੈਂਦੀ ਹੈ। ਫਿਰ ਜਿੱਦਾਂ ਤੁਸੀਂ ਕਿਹਾ ਵੀ 2000 ਤੁਸੀਂ ਕੱਲ ਨੂੰ ਲੈ ਕੇ ਇੱਕ ਵਾਰ ਤਾਂ ਚਲੋ ਜੀ ਅਸੀਂ ਜਿਵੇਂ ਮਤਲਬ 100 ml ਡੋਜ਼ 3 ਵਾਰ ਦੇਣੀ ਹੈ ਜੀ। ਹਾਂਜੀ। ਸਵੇਰੇ, ਸ਼ਾਮ ਤੇ ਦੂਸਰੇ ਦਿਨ ਸਵੇਰ। ਪਰ ਚਲੋ ਅਸੀਂ ਉਹਨਾਂ ਨੂੰ 150 ml ਇੱਕ ਵਾਰ ਦੇ ਆਵਾਂਗੇ। ਚਲੋ ਕੁਛ ਤਾਂ ਸੁਧਾਰ ਹੋਊਗਾ, ਕੋਈ 50% ਤਾਂ ਹੋ ਸਕਦਾ ਇੱਕ ਡੋਜ਼ ਨਾਲ ਹੀ ਠੀਕ ਹੋ ਜਾਣ। ਫਿਰ 2 ਦਿਨ ਰੋਕ ਕੇ ਅਸੀਂ ਦੁਬਾਰਾ ਫੇਰ ਜਾਵਾਂਗੇ।
ਜਿੱਦਾਂ ਕਿ ਆਪਾਂ ਦੇਖੀਏ ਬਾਰਡਰ ਸਾਈਡ ਹੀ ਏਰੀਆ ਆ ਜਾਂਦਾ ਹੈਗਾ, ਜੀ ਜੀ ਪਰ ਜਿਹੜੇ ਪੰਜਾਬ ਦੇ ਨੇ ਹੋਰ ਤੁਹਾਨੂੰ ਬਾਹਰ ਲੋਕਾਂ ਦੇ ਵੀ ਫੋਨ ਆਉਂਦੇ ਹੋਣਗੇ ਹਾਂਜੀ ਹਨਾ। ਹਾਂਜੀ ਤੇ ਬਿਲਕੁਲ। ਵੀ ਫਿਰ ਜੇ ਉਹਨਾਂ ਨੇ ਮੈਡੀਸਿਨ ਲੈਣੀ ਹੋਵੇ ਤਾਂ ਬਹੁਤ ਲੋਕ ਨੇ ਕਿ ਇੱਥੇ ਤੱਕ ਅਪਰੋਚ ਨਹੀਂ ਕਰ ਸਕਦੇ, ਇੱਥੇ ਤੱਕ ਨਹੀਂ ਆ ਸਕਦੇ, ਤਾਂ ਉਹਨਾਂ ਨੂੰ ਮੈਡੀਸਿਨ ਕਿੱਦਾਂ ਪ੍ਰੋਵਾਈਡ ਤੁਸੀਂ ਕਰਵਾ ਸਕਦੇ ਹੋ ਜਾਂ ਨਹੀਂ? ਨਹੀਂ ਮੈਮ, ਇਹ ਸਾਡੀ ਮਜਬੂਰੀ ਹੈ ਵੀ ਅਸੀਂ, ਕਿਉਂਕਿ ਇੱਥੇ ਬਹੁਤ ਔਖਾ ਸਾਡੇ ਤੋਂ ਕੰਟਰੋਲ ਹੋ ਰਿਹਾ ਹੈ। ਇੱਥੇ ਬੜੀ ਮੁਸ਼ਕਿਲ ਨਾਲ ਅਸੀਂ ਮੈਡੀਸਨ ਪੂਰੀ ਕਰ ਪਾ ਰਹੇ ਹਾਂ, ਪਹੁੰਚਾਉਣਾ ਤਾਂ ਬਹੁਤ ਮੁਸ਼ਕਿਲ ਹੈ। ਹਾਂ, ਇੱਥੇ ਸਭ ਕੁਝ ਫ੍ਰੀ ਹੈ, ਆਓ ਲੈ ਜਾਓ। ਅਵਾਰਾ ਪਸ਼ੂਆਂ ਨੂੰ ਜਿਵੇਂ ਕਈ ਨਗਰਾਂ 'ਚ ਸੰਗਤ ਆਉਂਦੀ ਹੈ, ਕਹਿੰਦੇ ਜਿਵੇਂ ਗਊਸ਼ਾਲਾ ਤੋਂ ਚਲੋ ਸੇਵਾ ਲੈਣੀ, ਉਹ ਕਹਿੰਦੇ ਜੀ ਅਸੀਂ ਅਵਾਰਾ ਪਸ਼ੂਆਂ ਨੂੰ ਇਕੱਠੇ ਕਰ ਰੱਖਿਆ, ਅਸੀਂ ਉਹਨਾਂ ਦੀ ਸੇਵਾ ਕਰਨੀ ਹੈ, ਤਾਂ ਉਹਨਾਂ ਨੂੰ ਵੀ ਦਵਾਈ ਅਸੀਂ ਫ੍ਰੀ ਹੀ ਦਿੰਦੇ ਹਾਂ, ਉਹਨਾਂ ਤੋਂ ਕੋਈ ਕਾਸਟ ਨਹੀਂ ਲੈਂਦੇ। ਠੀਕ ਹੈ। ਤੇ ਜਿਹੜਾ ਕੋਈ ਵੀ ਆ ਜਾਵੇ ਪਿੰਡ ਦਾ, ਨਗਰ ਵਾਸੀ ਆ ਜਾਵੇ, ਪਿੰਡ ਤੋਂ ਇਲਾਵਾ ਕੋਈ ਹੋਰ ਬੰਦਾ ਆ ਜਾਵੇ, ਕੋਈ ਇੱਕ ਬੰਦਾ ਤੁਹਾਡੇ ਤੋਂ ਦਵਾਈ ਲੈਣ ਆਵੇ, ਤਾਂ ਤੁਸੀਂ ਉਹਨਾਂ ਨੂੰ ਹੱਦ ਤੋਂ ਵੱਧ ਕਿੰਨੇ ਪਸ਼ੂਆਂ ਲਈ ਦਵਾਈ ਦੇ ਸਕਦੇ ਹੋ? ਵੈਸੇ ਤਾਂ ਮੈਮ ਜਿਹੜਾ ਤਾਂ 100 ਕਿਲੋਮੀਟਰ ਤੋਂ ਅੰਦਰ ਹੈ, ਅਸੀਂ ਆਧਾਰ ਕਾਰਡ ਦੇਖ ਲੈਂਦੇ, ਉਹਨੂੰ 5 ਪਸ਼ੂਆਂ ਤੱਕ ਹੈ। ਠੀਕ ਹੈ। ਕਿਉਂਕਿ ਇੱਕ ਬੰਦੇ ਦੇ ਘਰ 1 ਜਾਂ 2 ਪਸ਼ੂ ਬਿਮਾਰ ਹੋ ਸਕਦੇ, ਜ਼ਿਆਦਾ ਨਹੀਂ। ਆਪਾਂ 4-5 ਪਸ਼ੂ ਵੱਧ ਤੋਂ ਵੱਧ ਹੁੰਦੇ ਆ ਕਿਸਾਨ ਦੇ ਘਰ, ਜੀ ਜੀ ਜੀ। ਤਾਂ ਫਿਰ ਵੀ ਜੇ ਕੋਈ ਉਸ ਤੋਂ ਜ਼ਿਆਦਾ ਦੂਰ ਦਾ ਹੈ ਤਾਂ ਉਹਨੂੰ 10 ਪਸ਼ੂਆਂ ਦੀ ਵੀ ਦੇ ਦਿੰਦੇ ਆ ਜੀ। ਤੇ ਜੇ ਕਈ ਵਾਰ ਤਾਂ ਬਾਹਲੇ ਦੂਰ ਦਾ ਕੋਈ ਪਠਾਨਕੋਟ ਦਾ ਆ ਗਿਆ ਜਾਂ ਇੱਧਰ ਰਾਜਸਥਾਨ ਜੈਸਲਮੇਰ ਸਾਈਡ ਬਾਂਸਵਾੜਾ ਗੁਜਰਾਤ ਤੱਕ, ਉਹਨਾਂ ਨੂੰ ਫਿਰ 20-20 25-25 30-30 ਪਸ਼ੂਆਂ ਦੀ ਵੀ ਦੇਣੀ ਪੈਂਦੀ ਹੈ ਜੀ। ਫਿਰ ਉਹ ਤਾਂ ਥੋੜਾ ਜਿਹਾ ਦੇਖਣਾ ਪੈਂਦਾ ਵੀ ਦੂਰ ਤੋਂ ਹੈ। ਠੀਕ ਹੈ। ਇਹ ਜਿਹੜੀ ਤੁਸੀਂ ਮੈਡੀਸਨ ਤਿਆਰ ਕੀਤੀ ਹੈ, ਜਿਹੜੀ ਤੁਸੀਂ ਪਸ਼ੂ ਨੂੰ ਦਿੰਦੇ ਹੋ, ਜਦੋਂ ਇਹ ਦੇ ਦਿੰਦੇ ਇਹ ਤੋਂ ਬਾਅਦ ਦੇ ਵਿੱਚ ਮਤਲਬ ਬਿਮਾਰੀ ਹੈ ਜਿਹੜੀ ਜੜੋਂ ਹੀ ਖਤਮ ਹੋ ਜਾਂਦੀ ਹੈ ਜਾਂ ਫਿਰ ਹੌਲੀ ਫਰਕ ਪੈਂਦਾ ਇਹਦੇ ਨਾਲ? ਨਹੀਂ ਜੀ, 2-3 ਦੇਖੋ, ਜਿਹੜਾ ਤਾਂ 50% ਬਿਮਾਰ ਹੈ ਪਸ਼ੂ, ਉਹਦੀ ਰਿਕਵਰੀ ਤਾਂ 1-2 ਦਿਨਾਂ ਦੇ ਅੰਦਰ ਹੀ ਹੋ ਜਾਂਦੀ ਹੈ ਜੀ। ਜਿਹਦੇ ਕੋਈ ਦਿੱਕਤ ਬਹੁਤ ਜ਼ਿਆਦਾ 80-90% ਹੈ ਜੀ, ਉਹਦਾ 3-4 ਦਿਨ ਲੱਗਦੇ ਆ ਜੀ। ਠੀਕ ਹੈ। ਜੇ ਫਿਰ ਉਹ ਨਾ ਵੀ ਠੀਕ ਹੋਵੇ ਤਾਂ ਉਹਨੂੰ ਵੱਧ ਤੋਂ ਵੱਧ 1 ਡੋਜ਼ ਹੀ ਐਕਸਟਰਾ ਹੋਰ ਦੇਣੀ ਹੈ, ਉਹ ਬਿਲਕੁਲ ਠੀਕ ਹੋ ਜਾਂਦਾ ਜੀ। ਜਿਹੜੀ ਇਹ ਬਿਮਾਰੀ ਹੈ ਸਿਰਫ ਪਸ਼ੂਆਂ ਤੱਕ ਹੀ ਸੀਮਿਤ ਹੈ ਜਾਂ ਫਿਰ ਵੀ ਅੱਗੇ ਵੀ ਹੋਣ ਦਾ ਡਰ ਹੈਗਾ, ਤੁਹਾਨੂੰ ਕੀ ਲੱਗਦਾ? ਨਹੀਂ, ਬਿਲਕੁਲ ਹੈਗਾ ਜੀ। ਸਾਡੇ ਮਤਲਬ ਜ਼ਿਆਦਾ ਉਦੋਂ ਇਹ ਹੋਇਆ ਕਿ 1-2 ਦਿਨਾਂ 'ਚ ਹੀ ਇਹ ਬਿਮਾਰੀ ਫੈਲ ਗਈ। ਉਦੋਂ ਥੋੜ੍ਹੇ ਜਿਹੇ ਅਵੇਅਰ ਹੋਏ ਤਾਂ ਸਾਡੇ ਮਤਲਬ 2-3 ਬੱਚਿਆਂ ਨੂੰ, ਇੱਕ ਲੇਡੀਜ਼ ਨੂੰ ਜੀ, ਤੇ ਦੂਸਰੇ ਜਾਨਵਰਾਂ 'ਚ ਜਿਵੇਂ ਸਾਡਾ ਇਹ ਸੈਂਚਰੀ ਹੈ, ਏਸ਼ੀਆ ਦੀ ਸਭ ਤੋਂ ਵੱਡੀ ਸੈਂਚਰੀ 'ਚ ਬੈਠੇ ਹੋ ਤੁਸੀਂ ਇਸ ਟਾਈਮ। ਜੀ ਜੀ ਬਿਲਕੁਲ। ਹਾਂ, ਇੱਥੇ ਹਿਰਨਾਂ ਦਾ ਤੇ ਰੋਜ਼ ਤੇ ਇਹ ਬਹੁਤ ਪ੍ਰਕਾਰ ਦੇ ਹੈਗੇ ਨੇ, ਤਾਂ ਇਹ ਹਿਰਨਾਂ 'ਚ ਵੀ ਫੈਲ ਗਈ। ਤੇ ਸੌਰੀ ਤੁਹਾਡੀ ਗੱਲ ਕੱਟ ਰਹੀ ਹਾਂ, ਇੱਕ ਜੇਕਰ ਦੇਖਿਆ ਜਾਵੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਹਨਾ, ਆਪਾਂ ਨਾਰਮਲੀ ਵੀ ਦੁੱਧ ਵਗੈਰਾ ਦਾ ਆਪਾਂ ਇਸਤੇਮਾਲ ਕਰਦੇ ਹਾਂ, ਚਾਹ ਵੀ ਪੀਂਦੇ ਹਾਂ ਹਨਾ, ਤੇ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਇੱਦਾਂ ਦੀਆਂ ਫੋਟੋਆਂ ਪੋਸਟਾਂ ਵੀ ਅਪਲੋਡ ਹੋ ਰਹੀਆਂ ਨੇ ਕਿ ਜਿਹੜੇ ਉਹਨਾਂ ਦਾ ਗਊਆਂ ਦਾ ਦੁੱਧ ਪੀਣ ਨਾਲ ਕਿ ਜਿਹੜੇ ਆਪਣੀ ਸਕਿਨ ਪ੍ਰੋਬਲਮ ਜ਼ਿਆਦਾ ਹੋਣ ਲੱਗ ਗਈ। ਇਹ ਗੱਲ 'ਚ ਕਿੰਨੀ ਕੁ ਰਿਐਲਿਟੀ? ਨਹੀਂ ਜੀ, ਉਹ ਤਾਂ ਦੁੱਧ ਤਾਂ ਬਿਲਕੁਲ ਵੀ ਯੂਜ਼ ਨਹੀਂ ਕਰਨਾ। ਈਵਨ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਆ ਜੀ, ਪਸ਼ੂ ਦਾ ਦੁੱਧ ਕੱਢੋ, ਟੋਆ ਪੱਟ ਕੇ ਉਹਦੇ 'ਚ ਪਾਓ। ਅੱਛਾ। ਨਾ ਆਪਣੇ ਬੱਚਿਆਂ ਨੂੰ ਪਿਆਓ, ਨਾ ਉਹ ਗਊ ਦੇ ਬੱਚੇ ਨੂੰ ਪਿਆਓ, ਨਾ ਹੀ ਡੇਅਰੀ 'ਚ ਪਾਓ। ਬਹੁਤ ਖਤਰਨਾਕ ਹੈ। ਐਵੇਂ ਹੁਣ ਅਫਵਾਹਾਂ ਲੋਕ ਫੈਲਾਈ ਜਾਂਦੇ ਨੇ ਜੀ, ਦੁੱਧ ਤਾਂ ਉਬਾਲ ਸਕਦੇ ਹੋ, ਉਹ ਤੁਸੀਂ ਦੁੱਧ ਉਬਾਲੋਗੇ ਫਟ ਜਾਂਦਾ ਜੀ। ਬਿਲਕੁਲ, ਉਹ ਯੂਜ਼ਲੈਸ ਹੈ ਜੀ ਉਸ ਤੋਂ ਬਾਅਦ ਤਾਂ। ਤੇ ਮਤਲਬ ਕਿ ਇਹਦਾ ਜੇਕਰ ਦੇਖੀਏ ਵੀ ਹਜੇ ਆਪਾਂ ਨੂੰ ਕਿਸੇ ਨੂੰ ਵੀ, ਮੈਂ ਚਲੋ ਜੋ ਵੀ ਸਾਡੇ ਚੈਨਲ ਦੇ ਮਾਧਿਅਮ ਜ਼ਰੀਏ ਦੇਖ ਰਹੇ ਨੇ, ਤੁਹਾਨੂੰ ਸਭ ਨੂੰ ਰਿਕੁਐਸਟ ਕਰਨਾ ਚਾਹੂੰਗੀ ਕਿ ਹਜੇ ਤੁਸੀਂ ਜਿੰਨਾ ਟਾਈਮ ਇਹ ਬਿਮਾਰੀ ਚੱਲ ਰਹੀ ਆ ਕਿ ਦੁੱਧ ਤੋਂ ਪਰਹੇਜ਼ ਹੀ ਕਰੋ ਤਾਂ ਜ਼ਿਆਦਾ ਬੈਸਟ ਹੈ। ਜੀ ਬਹੁਤ ਦੀ ਬੈਸਟ ਹੈ। ਤੇ ਇਹ ਜ਼ਿਆਦਾ ਟਾਈਮ ਤੁਹਾਡਾ ਨਹੀਂ ਲਵਾਂਗੇ ਜੀ। ਇੱਕ ਦੇਖਣ ਨੂੰ ਮਿਲਿਆ ਜਦੋਂ ਅਸੀਂ ਐਂਟਰੀ ਕੀਤੀ ਆਸ਼ਰਮ ਦੇ ਵਿੱਚ ਕਿ ਤੁਹਾਡੇ ਪਿੱਛੇ ਨਾ ਤੂਣਾ ਲੱਗਿਆ ਹੋਇਆ 5 ਉਹਨਾਂ ਦਾ, ਹਨਾ, ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋਗੇ ਤੁਸੀਂ? ਇਹ ਸਾਡੇ ਜੋ ਵੀ ਸਮੇਂ ਦੇ ਗੱਦੀ ਨਸ਼ੀਨ ਰਹੇ ਨੇ ਜੀ, ਇੱਥੇ ਗੱਦੀ ਤੇ ਸੰਤ, ਉਹਨਾਂ ਨੇ ਮਤਲਬ ਇੱਥੇ ਉਧਰ ਕੁੰਡ ਬਣਿਆ ਹੋਇਆ ਜੀ, ਮਤਲਬ ਇੱਥੋਂ ਤੱਕ ਜਲ ਧਾਰਾ ਕਰਦੇ ਨੇ ਸਰਦੀਆਂ 'ਚ, ਪੂਰੀ ਫੁੱਲ ਸਰਦੀ 'ਚ, ਦਸੰਬਰ ਜਨਵਰੀ 'ਚ 42-43 ਦਿਨ ਤੱਕ ਕੰਟੀਨਿਊ ਕਰਦੇ ਨੇ, ਸਵੇਰ 3 ਤੋਂ 4 ਵਜੇ ਤੱਕ। ਠੀਕ ਹੈ ਜੀ। ਤੇ ਫੁੱਲ ਗਰਮੀ 'ਚ ਜੂਨ ਦੇ ਮਹੀਨੇ 'ਚ ਇੱਥੇ ਫਿਰ ਉਹ ਧੂਣੀ ਤਪੱਸਿਆ ਕਰਦੇ ਨੇ। ਤੇ ਜਿਹੜੀ ਦਵਾਈ ਤੁਸੀਂ ਪਸ਼ੂਆਂ ਲਈ ਤਿਆਰ ਕੀਤੀ ਹੈ, ਇਹ ਸਿਰਫ ਪਸ਼ੂਆਂ ਲਈ ਹੈ ਜਾਂ ਫਿਰ ਇਹਨਾਂ ਤੋਂ ਇਲਾਵਾ ਕੋਈ ਹੋਰ ਬਿਮਾਰੀਆਂ ਲਈ ਵੀ ਤੁਸੀਂ ਜਿਹੜੇ ਹੈਗੇ ਇੱਥੇ ਇਲਾਜ ਲਈ ਲੋਕ ਆਉਂਦੇ ਨੇ ਤੁਹਾਡੇ ਤੋਂ? ਵੀ ਚਲੋ ਤਾਂ ਪਸ਼ੂਆਂ ਲਈ ਗੱਲ ਵੱਖਰੀ ਆ, ਤੁਹਾਨੂੰ ਪਤਾ ਵੀ ਬੰਦੇ ਵੀ ਬਿਮਾਰ ਹੁੰਦੇ ਨੇ, ਹਨਾ, ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਕਿੰਨਾ ਤਰ੍ਹਾਂ ਦੀ ਤੁਸੀਂ ਜਿਹੜੀ ਬਿਮਾਰੀ ਲਈ ਦਵਾਈ ਦੇ ਸਕਦੇ ਹੋ ਇੱਥੇ? ਕੋਈ ਮਹਾਂਪੁਰਸ਼ ਤਾਂ ਕਈ ਪੀੜ੍ਹੀਆਂ ਤੋਂ ਹੀ ਦਵਾਈ ਦੇ ਰਹੇ ਨੇ। ਸਾਡਾ ਨਗਰ ਤੇ ਤਾਂ ਇੰਨੀ ਕਿਰਪਾ ਹੈ ਕਿਉਂਕਿ ਸਾਡੇ ਤੇ ਤਾਂ ਹਰ ਸਮੇਂ ਆਸ਼ੀਰਵਾਦ ਹੈ ਇਹਨਾਂ ਦਾ ਜੀ। ਸਾਡੇ 80% ਪਬਲਿਕ ਨੂੰ ਇਲਾਜ ਲਈ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਹੈ। ਅੱਛਾ। ਅਸੀਂ ਇੱਥੋਂ ਹੀ ਦਵਾਈ ਲੈ ਲੈਂਦੇ ਹਾਂ ਤੇ ਠੀਕ ਹੋ ਜਾਂਦੇ ਹਾਂ। ਦਵਾਈ ਫ੍ਰੀ ਆਫ ਕਾਸਟ ਹੀ ਦਿੰਦੇ? ਬਿਲਕੁਲ ਬਿਲਕੁਲ, ਮਹਾਰਾਜ ਜੀ ਦਿੰਦੇ ਆ ਜੀ, ਇਸ ਤਾਂ ਸੇਵਕ ਆ ਉਹਨਾਂ ਦੇ। ਠੀਕ ਹੈ ਜੀ। ਤੇ ਫਰਕ ਪੈ ਜਾਂਦਾ ਜੀ ਦਵਾਈ ਨਾਲ? ਬਿਲਕੁਲ ਮੈਡਮ, ਫਰਕ ਪੈਂਦਾ, ਫੇਰ ਹੀ ਅਸੀਂ ਅੱਗੇ ਨਹੀਂ ਜਾਂਦੇ ਜੀ, ਨਹੀਂ ਤਾਂ ਫਿਰ ਜਿਹਨੂੰ ਕੁਝ ਜ਼ਿਆਦਾ ਸੀਰੀਅਸ ਪ੍ਰੋਬਲਮ ਹੋ ਗਈ ਫਿਰ ਅੱਗੇ ਜਾਣਾ ਹੀ ਪੈਂਦਾ ਜੀ। ਠੀਕ ਹੈ ਜੀ। ਤੇ ਕੀ ਜ਼ਿਆਦਾ ਤੁਸੀਂ ਕਿੰਨੇ ਬਿਮਾਰੀਆਂ ਨੂੰ ਦੇਖ ਕੇ ਦਿੰਦੇ ਹੋ? ਉਹ ਤਾਂ ਬਾਬਾ ਹੀ ਦਿੰਦੇ, ਹਰ ਪ੍ਰਕਾਰ ਦੀ ਬਿਮਾਰੀ ਦਾ ਹੀ ਹੈ, ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਪ੍ਰੋਬਲਮ ਹੋਵੇ, ਕਈ ਪੀੜ੍ਹੀਆਂ ਤੋਂ ਹੀ ਦੇ ਰਹੇ ਨੇ ਜੀ। ਠੀਕ ਹੈ ਜੀ। ਚਲੋ
ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ Thank ਤੇ you. ਤੁਸੀਂ ਆਪਣਾ ਟਾਈਮ ਕੱਢਿਆ ਸਾਡੇ ਲਈ, ਉਸ ਦੇ ਲਈ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਜੀ, ਮਿਹਰਬਾਨੀ। ਤੇ ਬਾਕੀ ਤਾਂ ਜੇਕਰ ਹੋਰ ਵੀ ਕਿਸੇ ਨੇ ਵੀ ਆਉਣਾ ਹੋਵੇ ਤਾਂ ਇੱਕ ਵਾਰੀ ਤੁਸੀਂ ਆਪ ਐਡਰੈਸ ਜ਼ਰੂਰ ਦੱਸ ਦਿਓ ਜੀ, ਜੇ ਕਿਸੇ ਨੇ ਇੱਥੇ ਪਹੁੰਚਣਾ ਹੋਵੇ। ਇਹ ਨਿਰਵਾਣ ਆਸ਼ਰਮ ਹੈ ਜੀ, ਸੰਤਾਂ ਦਾ ਡੇਰਾ ਵੀ ਕਹਿੰਦੇ ਨੇ ਇਹਨੂੰ ਸਾਡੇ ਇਲਾਕੇ 'ਚ। ਜੀ। ਇਹ ਨਗਰ ਹੈ ਰਾਮਪੁਰਾ ਨਾਰਾਇਣਪੁਰਾ। ਜੋ ਵੀ ਆਵੇ, ਕਈ ਵਾਰ ਗੂਗਲ ਤੇ ਸਰਚ ਕਰਦੇ ਨੇ ਤਾਂ ਰਾਮਪੁਰਾ ਨਾਰਾਇਣਪੁਰਾ ਦੋਨੋਂ ਟਾਈਪ ਕਰਨਾ ਜੀ, ਕਿਉਂਕਿ ਇੱਥੇ ਰਾਮਪੁਰੇ 3-4 ਨੇ, ਬੰਦਾ ਕਨਫਿਊਜ਼ ਹੋ ਜਾਂਦਾ। ਰਾਮਪੁਰਾ ਨਾਰਾਇਣਪੁਰਾ ਇਹ ਸੈਂਟਰ 'ਚ ਹੈ ਜੀ। ਮਲੋਟ, ਡੱਬਵਾਲੀ, ਸੰਗਰੀਆ, ਸਾਦੁਲ ਸ਼ਹਿਰ, ਅਬੋਰ, ਗੰਗਾ ਨਗਰ, ਇਹ 5-6 ਸ਼ਹਿਰਾਂ ਦੇ ਬਿਲਕੁਲ ਸੈਂਟਰ 'ਚ ਹੈ। ਤੁਸੀਂ ਕਿਸੇ ਵੀ ਸਾਈਡ ਤੋਂ ਇੱਥੇ ਆ ਸਕਦੇ ਹੋ ਜੀ। ਸਾਨੂੰ ਇਹ ਵੀ ਪਤਾ ਲੱਗਿਆ ਸੀਗਾ, ਸੌਰੀ ਲਾਸਟ ਵਾਰੀ ਜਾਂਦੇ ਵਕਤ ਇੱਕ ਕੁਐਸਚਨ ਪੁੱਟ ਕਰਨਾ ਚਾਹੂੰਗੀ ਕਿ ਚਲੋ ਇਹ ਤਾਂ ਆਪਣੇ ਇੱਧਰੋਂ ਆ ਗਿਆ ਪੰਜਾਬ ਸਾਈਡ ਤੋਂ, ਵੀ ਤੁਹਾਨੂੰ ਬਾਹਰੋਂ ਵੀ ਫੋਨ ਆਉਂਦੇ ਹੈਗੇ ਹਾਂਜੀ। ਦਵਾਈ ਲਈ? ਫਿਰ ਇੱਕ ਦਿਨ ਪਾਕਿਸਤਾਨ ਤੋਂ ਫੋਨ ਆ ਗਏ ਜੀ। ਉਹ ਕਿਉਂਕਿ ਅੱਜ ਕੱਲ੍ਹ ਸਿਕਿਉਰਿਟੀ ਰੀਜ਼ਨ ਹੈ, ਉਹ ਵਾਰ-ਵਾਰ ਜਿਵੇਂ ਮੈਸੇਜ ਫੋਨ ਤੇ ਆਉਂਦੇ ਨੇ ਕਿ ਜਿਹਦੇ +92 ਅੱਗੇ ਲੱਗਾ ਹੈ ਉਹ ਤੁਸੀਂ ਪਾਕਿਸਤਾਨ ਦਾ ਨੰਬਰ ਹੈ ਜੀ। ਪਰ ਚਲੋ ਉਹ ਸਾਰਾ ਦਿਨ ਫੋਨ ਆਈ ਜਾਂਦੇ, ਨਹੀਂ ਪਤਾ ਲੱਗਾ, ਉਹ ਫੋਨ ਅਸੀਂ ਚੁੱਕ ਲਿਆ ਜੀ। ਤਾਂ ਉਹ ਫੋਨ ਪਾਕਿਸਤਾਨ ਤੋਂ ਸੀ ਜੀ। ਉਹ ਕਹਿੰਦੇ ਸਾਡੇ ਵੀ ਇਹ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਹੈ, ਵੀ ਸਾਡੇ ਤੱਕ ਤੁਸੀਂ ਮੈਡੀਸਨ ਪਹੁੰਚਾ ਸਕਦੇ ਹੋ। ਅਸੀਂ ਕਿਹਾ ਜੀ ਨਹੀਂ, ਅਸੀਂ ਤਾਂ ਫੋਨ ਚੱਕਣ ਤੋਂ ਹੀ ਡਰੀ ਜਾਂਦੇ ਹਾਂ, ਤੁਹਾਡਾ ਨੰਬਰ ਚੱਕ ਲਿਆ ਅਸੀਂ, ਪਰ ਤੁਸੀਂ ਆ ਕੇ ਲਿਜਾ ਸਕਦੇ ਹੋ, ਅਸੀਂ ਪਹੁੰਚਾ ਨਹੀਂ ਸਕਦੇ ਜੀ। ਤਾਂ ਸੁਣਦੇ ਹਾਂ ਜੀ ਕਿ ਵੀ ਪਾਕਿਸਤਾਨ 'ਚ ਆਪਣੇ ਨਾਲੋਂ ਵੀ ਜ਼ਿਆਦਾ ਪ੍ਰੋਬਲਮ ਹੈ ਜੀ। ਬਿਲਕੁਲ, ਚਲੋ ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਦਿਲ ਇੱਕ ਤੋਂ ਬੇਨਤੀ ਸਰਕਾਰ ਨੂੰ ਹੈ ਜੀ, ਵੱਧ ਤੋਂ ਵੱਧ ਵੈਕਸੀਨ ਜਲਦੀ ਬਣਾਉਣ, ਪਬਲਿਕ ਦਾ ਭਲਾ ਕਰਨ। ਬਹੁਤ ਬੁਰੇ ਹਾਲਾਤ ਨੇ, ਗਊ ਮਾਤਾ ਹੈ, ਜਮਾ ਖਾਤਮੇ ਦੇ ਕਗਾਰ ਤੇ ਪਹੁੰਚ ਚੁੱਕੀ ਹੈ, ਇਸ ਨੂੰ ਕਿਰਪਾ ਕਰਕੇ ਤੇ ਜੀ ਇੱਕ ਆਰਤੀ ਹੋ ਰਹੀ ਹੈ ਹੁਣੇ? ਹਾਂਜੀ ਹਾਂਜੀ ਬਿਲਕੁਲ। ਇੱਕ ਸਭ ਤੋਂ ਜ਼ਰੂਰੀ ਗੱਲ ਅਸੀਂ ਤੁਹਾਨੂੰ ਦੱਸਣੀ ਚਾਹੁੰਦੇ ਹਾਂ ਕਿ ਆਮ ਪਬਲਿਕ 'ਚ ਧਾਰਨਾ ਹੁੰਦੀ ਹੈ ਕਿ ਜੀ ਇਹ ਡੇਰਾ ਹੈ, ਤਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਡੇਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੈ। ਅੱਛਾ। ਪਰ ਸਾਡੇ ਇਸ ਨਿਰਵਾਣ ਆਸ਼ਰਮ 'ਚ ਸਦੀਆਂ ਤੋਂ, ਪੀੜ੍ਹੀਆਂ ਤੋਂ ਜੀ ਗੁਰੂ ਗ੍ਰੰਥ ਸਾਹਿਬ ਇੱਥੇ ਸੁਸ਼ੋਭਿਤ ਨੇ, ਉਹਨਾਂ ਦਾ ਬਕਾਇਦਾ ਪੂਰਾ ਸਤਿਕਾਰ ਹੈ, ਗ੍ਰੰਥੀ ਸਿੰਘ ਰੱਖੇ ਹੋਏ ਨੇ। ਤਾਂ ਸਭ ਤੋਂ ਇਹ ਵੱਡੀ ਗੱਲ ਇਹ ਹੈ ਕਿ ਜੀ ਇੱਥੇ ਜੇ ਭਗਵਾਨ ਸ਼੍ਰੀ ਚੰਦ ਦੀ ਜੈ ਜੈਕਾਰ ਹੈ ਤਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਵੀ ਲੱਗਦਾ ਹੈ, ਜੋ ਕਿ ਆਮ ਡੇਰਿਆਂ 'ਚ ਨਹੀਂ ਹੁੰਦਾ ਜੀ। ਬਿਲਕੁਲ। ਤਾਂ ਇਹ ਧਰਮ ਦੀ ਇੱਕ ਸਾਂਝੀਵਾਲਤਾ ਦੀ ਬਹੁਤ ਵੱਡੀ ਮਿਸਾਲ ਹੈ ਜੀ, ਆਮ ਡੇਰਿਆਂ 'ਚ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ। ਬੋਲਣਾ ਜੀ ਜਗਤਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ। ਆਪ ਸਭ ਸੰਗਤ ਨੂੰ ਪਤਾ ਹੀ ਹੈ ਵੀ ਆਪਣੇ ਜੋ ਗਊਆਂ ਦੀ ਬਿਮਾਰੀ ਚੱਲ ਰਹੀ ਸੀ ਉਸ ਦਾ ਇਲਾਜ ਆਪਾਂ ਇੱਥੇ ਕਰ ਰਹੇ ਹਾਂ। ਇਹ ਨਿਰਵਾਣ ਆਸ਼ਰਮ ਰਾਮਪੁਰਾ ਨਾਰਾਇਣਪੁਰਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ 'ਚ ਪੈਂਦਾ ਆ। ਕਾਫੀ ਦਿਨਾਂ ਤੋਂ ਅਸੀਂ ਤੇ ਸਾਡੀ ਟੀਮ ਸਾਰੀ ਲੱਗੀ ਹੋਈ ਆ। ਮਤਲਬ ਸਾਡਾ ਇੱਕੋ ਹੀ ਅਸੀਂ ਲਕਸ਼ ਲੈ ਕੇ ਚੱਲੇ ਸੀ ਵੀ ਜਿੰਨੀਆਂ ਹੋ ਸਕੇ ਗਊਆਂ ਬਚਾਉਣੀਆਂ ਆ। ਸਾਡਾ ਹੋਰ ਕੋਈ ਪਰਪਸ ਨਹੀਂ ਸੀਗਾ ਇਹਨੂੰ ਲੈ ਕਰਕੇ। ਲੋਕਾਂ ਨੇ ਸਾਨੂੰ ਬਹੁਤ ਕੁਝ ਕਿਹਾ ਆ, ਬੜੀਆਂ ਗੱਲਾਂ ਅਸੀਂ ਪੱਲੇ 'ਚ ਵਿੱਚ ਪਾ ਲਈਆਂ। ਚਲੋ ਸਾਧੂ ਦਾ ਕੰਮ ਹੈ ਸਾਰਾ ਕੁਝ ਸਮੇਟ ਲੈਣਾ, ਸੰਤ ਦਾ ਕੰਮ ਇਹੀ ਹੈ ਵੀ ਸਾਰਾ ਕੁਝ। ਪਰ ਸਾਡੀ ਔਰ ਸਾਡੀ ਟੀਮ ਦੀ ਜਿਹੜੀ ਸੇਵਾ ਸੀ, ਦੇਖੋ 150 ਬੰਦਾ ਇੱਥੇ ਲੱਗਾ ਹੋਇਆ ਸੀਗਾ, ਦਿਨ ਰਾਤ ਵਿਚਾਰਿਆਂ ਨੇ ਸੇਵਾ ਕਰੀ ਹੈ। ਔਰ ਮੈਂ ਉਹਨਾਂ ਸਾਰੇ ਹੀ ਸੱਜਣਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਥੇ ਖੜੇ ਰਹੇ ਨੇ। ਇਹ ਆਸ਼ਰਮ ਦੀ ਵਿਵਸਥਾ ਬਣਾਈ ਆ ਔਰ ਜਿੰਨੀ ਬਾਹਰੋਂ ਸੰਗਤ ਆਉਂਦੀ ਸੀ ਉਹਦੀ ਵਿਵਸਥਾ ਬਣਾਈ ਆ। ਔਰ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹਾਂਗਾ, ਮੈਂ ਬਾਰ-ਬਾਰ ਇਹੀ ਕਿਹਾ, ਲੋਕਾਂ ਨੇ ਸਾਨੂੰ ਬਹੁਤ ਕੁਝ ਕਿਹਾ ਜੀ ਬਿਜ਼ਨਸ ਬਣਾ ਲਿਆ ਜਾਂ ਕੁਝ ਉਹ ਕਰ ਲਿਆ। ਮੈਂ ਬਾਰ-ਬਾਰ ਆਪ ਜੀ ਨੂੰ ਇਹਨਾਂ ਦੇ ਚੈਨਲ ਦੇ ਮਾਧਿਅਮ ਨਾਲ ਵੀ ਕਹਿਣਾ ਚਾਹਾਂਗਾ ਵੀ ਅਸੀਂ ਦਵਾਈ ਫ੍ਰੀ ਦਿੱਤੀ ਆ, ਫ੍ਰੀ ਦੇਈ ਜਾਂਦੇ ਹਾਂ। ਜਿੰਨਾ ਚਿਰ ਇਹ ਮਹਾਮਾਰੀ ਚੱਲੂਗੀ ਫ੍ਰੀ ਦੇਣੀ ਆ। ਅਸੀਂ ਕੱਲ੍ਹ ਦਾ ਵੀ ਇੱਕ ਪ੍ਰੋਗਰਾਮ 15 ਅਗਸਤ ਨੂੰ ਲੈ ਕਰਕੇ ਵੀ ਇੱਕ ਪ੍ਰੋਗਰਾਮ ਬਣਾਇਆ ਵੀ ਅਸੀਂ ਕਈ ਸ਼ਹਿਰਾਂ 'ਚ ਜਾਣਾ, ਜਿਵੇਂ ਡੱਬਵਾਲੀ, ਬਠਿੰਡਾ, ਮਲੋਟ, ਕਈ ਸ਼ਹਿਰਾਂ 'ਚ ਬੱਚੇ ਜਾਣਗੇ, ਮੈਂ ਵੀ ਜਾਣਾ ਇਹ ਨਾਲ। ਮਤਲਬ ਅਸੀਂ ਜਿੰਨੇ ਵੀ ਸੁੰਨੀਆਂ ਗਾਵਾਂ ਸਾਨੂੰ ਮਿਲਣਗੇ, ਸੁੰਨੇ ਪਸ਼ੂ ਮਿਲਣਗੇ, ਅਸੀਂ ਉਹਨਾਂ ਸਾਰਿਆਂ ਨੂੰ ਦਵਾਈ ਦੇਣੀ ਹੈ, ਸਾਰਿਆਂ ਨੂੰ। ਹਾਂ ਜ਼ਰੂਰ ਇਹ ਸੀਗਾ ਕਈ ਗੱਲਾਂ ਉੱਠੀਆਂ ਇਹਦੇ ਵਿੱਚ। ਹਾਂ ਜਿਹੜੇ ਗਊਸ਼ਾਲਾ ਵਾਲੇ ਸੀ, ਡੈਰੀ ਫਾਰਮ ਵਾਲੇ ਸੀਗੇ, ਮੈਂ ਉਹਨਾਂ ਤੋਂ ਜ਼ਰੂਰ ਕਿਹਾ ਵੀ ਸੇਵਾ ਦਾ ਉਹਨਾਂ ਨੂੰ ਵੀ ਭਾਈ ਕੁਛ ਨਾ ਕੁਛ ਸਾਡਾ ਸਹਿਯੋਗ ਕਰੋ, ਦਵਾਈ ਜਿੰਨੀ ਮਰਜ਼ੀ ਤੁਸੀਂ ਲੈ ਜਾਓ। ਉਹਨਾਂ ਨੂੰ ਜ਼ਰੂਰ ਕਿਹਾ ਇਸ ਗੱਲ ਨੂੰ ਲੈ ਕਰਕੇ, ਅਦਰਵਾਈਜ਼ ਕਿਸੇ ਨੂੰ ਕੁਛ ਨਹੀਂ ਕਿਹਾ। ਜਦੋਂ ਇੱਕ ਵਾਰੀ ਜਵਾਨ ਬੱਚਿਆਂ ਨੇ ਇਹੀ ਕਿਹਾ ਬਾਬਾ ਜੀ ਜੋ ਤੁਸੀਂ ਜਵਾਨ ਕਰਤੀ ਸੀ ਪੂਰੀ ਚੜਾਵਾਂਗੇ, ਉਹਨਾਂ ਨੇ ਜੋ ਮੇਰੇ ਨਾਲ ਕਰਿਆ ਮੈਂ ਉਸੇ ਹਿਸਾਬ ਨਾਲ ਗਾਂ ਸੰਗਤ ਨੂੰ ਕਿਹਾ ਵੀ ਬਾਈ ਫ੍ਰੀ ਦਿੰਦੇ ਦਵਾਈ, ਫ੍ਰੀ ਦੇਈ ਜਾਂਦੇ, ਫ੍ਰੀ ਦੇਵਾਂਗੇ ਜਦ ਤੱਕ ਇਹ ਮਹਾਮਾਰੀ ਚੱਲੀ ਜਾਂਦੀ ਹੈ। ਜਿੱਥੇ ਵੀ ਤੁਸੀਂ ਮੇਰੇ ਵੀਰੋ ਸੁਣਦੇ ਹੋ, ਇਸ ਚੀਜ਼ ਨੂੰ ਦੇਖਦੇ ਹੋ, ਇਹ ਆਪ ਨੂੰ ਮੈਂ ਦੱਸ ਹੀ ਦਿੱਤਾ ਵੀ ਡੱਬਵਾਲੀ ਤੋਂ ਵੀ ਕੋਲ ਹੀ ਆ, ਮਲੋਟ ਤੋਂ ਵੀ ਕੋਲ ਹੀ ਆ, ਅਬੋਹਰ ਤੋਂ ਵੀ ਕੋਲ ਹੀ ਆ, ਜਿੱਥੋਂ ਮਰਜ਼ੀ ਤੁਸੀਂ ਆ ਜਾਓ। ਇੱਧਰ ਜੇ ਆਪਣੇ ਰਾਜਸਥਾਨ 'ਚੋਂ ਆਉਣਾ, ਗੰਗਾ ਨਗਰ ਤੋਂ ਕੋਲ ਹੀ ਆ, ਹਨੂੰਮਾਨਗੜ੍ਹ ਤੋਂ ਵੀ ਕੋਲ ਹੀ, ਜ਼ਿਆਦਾ ਦੂਰ ਨਹੀਂ ਹੈਗਾ। ਅਤੇ ਤੁਸੀਂ ਵੀ ਮੇਰੇ ਨਾਲ ਲੱਗੋ, ਆਪਾਂ ਜਿੰਨੀਆਂ ਹੋ ਸਕੇ ਵੱਧ ਤੋਂ ਵੱਧ ਗਊਆਂ ਨੂੰ ਬਚਾ ਲਈਏ। ਅਤੇ ਮਤਲਬ ਇਹੀ ਮੇਰੇ ਇੱਕ ਏਮ ਅਸੀਂ ਲੈ ਕੇ ਚੱਲੇ, ਮੇਰੀ ਟੀਮ ਇਹੀ ਏਮ ਲੈ ਕੇ ਚੱਲੇ। ਸੇਵਾਦਾਰ ਅਸੀਂ ਸਾਡੇ ਆਸ਼ਰਮ ਦੇ ਬਹੁਤ ਇੱਥੇ ਨੇੜੇ ਨੇੜੇ ਪਿੰਡਾਂ ਦੇ ਆਸ਼ਰਮ ਨਾਲ, ਕਿਉਂਕਿ ਬਹੁਤ ਪੁਰਾਤਨ 200 ਸਾਲ ਪਹਿਲਾਂ ਤੋਂ ਆਸ਼ਰਮ ਵਿੱਚ ਵਸਿਆ ਹੋਇਆ।
ਔਰ ਬਾਬੇ ਸ਼੍ਰੀ ਚੰਦ ਮਹਾਰਾਜ ਗੁਰੂ ਨਾਨਕ ਦੇਵ ਜੀ ਔਰ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ, ਉਹਨਾਂ ਦਾ ਪ੍ਰਚਾਰ ਪ੍ਰਸਾਰ ਅਸੀਂ ਕਰਦੇ ਹਾਂ, ਪਹਿਲਾਂ ਤੋਂ ਕਰਦੇ ਆਨੇ, ਹੁਣ ਵੀ ਕਰੀ ਜਾਂਦੇ, ਕਿਉਂਕਿ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਉਹਦੇ ਉੱਤੇ ਅਸੀਂ ਚੱਲਦੇ ਹਾਂ। ਜੋ ਸਾਡੀ ਮਰਿਆਦਾ ਪਹਿਲਾਂ ਤੋਂ ਗੁਰੂ ਮਰਿਆਦਾ ਚੱਲੀ ਆਂਦੀ ਉਹਦੇ ਅਕੋਰਡਿੰਗ। ਔਰ ਭਗਵਾਨ ਕ੍ਰਿਸ਼ਨ ਨੇ ਗਊਆਂ ਚਾਰੀਆਂ, ਮੈਂ ਬਾਰ-ਬਾਰ ਵੀਡੀਓ 'ਚ ਕਿਹਾ, ਭਗਵਾਨ ਕ੍ਰਿਸ਼ਨ ਵੀ ਗਊਆਂ ਚਾਰਦੇ ਰਹੇ ਆ, ਤੇ ਕਿਉਂ ਨਹੀਂ ਆਪਾਂ ਉਹਨਾਂ ਵਾਸਤੇ ਇਹਨਾਂ ਗਊਆਂ ਨੂੰ ਬਚਾ ਸਕਦੇ ਹੈਗੇ। ਭਗਵਾਨ ਦੇ ਲਈ ਜੇ ਆਪਦੇ ਲਈ ਨਹੀਂ ਕਰ ਸਕਦੇ, ਭਗਵਾਨ ਲਈ ਆਪਾਂ ਅਗਰਸਰ ਹੋਈਏ। ਮੇਰੇ ਵੀਰ ਬਹੁਤ ਸ਼ਹਿਰਾਂ 'ਚ ਬੈਠੇ, ਪਿੰਡਾਂ 'ਚ ਬੈਠੇ ਉੱਠੀ ਆ, ਆਪਾਂ ਕਿਉਂ ਨਹੀਂ ਬਚਾ ਸਕਦੇ ਉਹਨਾਂ ਨੂੰ। ਜਿਹੜੇ ਵੀ ਸੁੰਨੇ ਪਸ਼ੂ ਆ, ਚਾਹੇ ਘਰਾਂ 'ਚ ਗਊ ਤਾਂ ਗਊ ਆ ਜੀ, ਤੇ ਆਪਾਂ ਸਾਰੇ ਜਣੇ ਨਾਲ ਲੱਗ ਕੇ ਚੱਲੀਏ ਔਰ ਜਿੰਨਾ ਹੋ ਸਕੇ ਵੱਧ ਤੋਂ ਵੱਧ ਗਊਆਂ ਨੂੰ ਬਚਾਈਏ। ਇੰਨਾ ਹੀ ਮੈਂ ਕਹਿਣਾ ਚਾਹਾਂਗਾ। ਇੱਥੇ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਣਾ ਚਾਹੁੰਦਾ। ਬੋਲਾਂ ਜੀ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ। मेरा नाम दविंदर सिंह सरां जी, साबका पंच रामपुरा। साढ़े जो निर्वाण आश्रम है रामपुरा नैनपुरा, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਹਬੋਰ। ਜੋ ਇਹ ਮਹਾਮਾਰੀ ਚੱਲੀ ਸੀ ਪਸ਼ੂਆਂ ਦੀ, ਗਊਆਂ ਤੇ, ਉਹਨਾਂ ਦੀ ਜੋ ਦਵਾਈ ਹੈ ਉਹ ਗੁਰੂ ਜੀ ਨੇ ਮਹਾਮੰਡੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਜੋ ਡੇਰੇ ਦੇ ਮੁਖੀ ਨੇ, ਉਹਨਾਂ ਨੇ ਸ਼ੁਰੂ ਕੀਤੀ ਹੈ। ਜੋ ਰਾਜਸਥਾਨ, ਪੰਜਾਬ, ਹਰਿਆਣਾ, ਯੂਪੀ ਤੱਕ ਦੇ ਲੋਕ ਇੱਥੋਂ ਦਵਾਈ ਲੈ ਕੇ ਗਏ ਅਤੇ ਉਹਨਾਂ ਦੀ ਗਊਆਂ ਸਹੀ ਹੋਈਆਂ। ਇਹ ਬਾਬਾ ਜੀ ਦੀ ਸਮਾਧ ਵਾਲਿਆਂ ਦੀ ਕਿਰਪਾ ਹੋਈ ਹੈ। ਤੇ ਇਸੇ ਤਰ੍ਹਾਂ ਹੀ ਸਾਰੇ ਹੀ ਨਗਰਾਂ 'ਚੋਂ, ਨੇੜੇ ਦੇ ਨਗਰਾਂ 'ਚੋਂ ਵੀ ਬਹੁਤ ਦਵਾਈ ਲੈ ਕੇ ਗਏ ਆ, ਸਾਰੇ ਪਸ਼ੂ ਠੀਕ ਹੋਏ ਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਮੰਤਰੀ ਸਾਹਿਬ ਵੀ ਆਏ ਸੀ, ਪਸ਼ੂ ਪਾਲਣ ਮੰਤਰੀ ਸਾਹਿਬ ਵੀ, ਤੇ ਉਹਦੇ ਵੀ ਬੇਨਤੀ ਕੀਤੀ ਸੀ ਕਿ ਇਹਦੀ ਜੋ ਵੈਕਸੀਨ ਹੈ ਉਹ ਜੋ ਤਿਆਰ ਕੀਤੀ ਹੈ ਉਹ ਸਾਰੇ ਹੀ ਪਿੰਡਾਂ 'ਚ, ਨਗਰਾਂ 'ਚ ਘਰ ਘਰ ਜਾ ਕੇ ਉਹ ਵੈਕਸੀਨ ਲਾਈ ਜਾਵੇ। ਇਹ ਜੋ ਦਵਾਈ ਇੱਥੇ ਨਿਰਵਾਣ ਆਸ਼ਰਮ ਰਾਮਪੁਰਾ ਨੈਣਪੁਰਾ 'ਚ ਬਣੀ ਸੀ, ਉਹਦੇ ਨਾਲ 90% ਪਸ਼ੂ ਹੈ ਜਿਹੜੇ ਸਹੀ ਹੋਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਜੋ ਵੀ ਸੇਵਾਦਾਰ ਇੱਥੇ ਦਿਨ ਰਾਤ ਅਣਥੱਕ ਮਿਹਨਤ ਕਰ ਰਹੇ ਨੇ, ਇੱਥੇ ਸੇਵਾ ਕਰ ਰਹੇ ਨੇ, ਦਿਨ ਰਾਤ ਲੱਗੇ ਹੋਏ ਨੇ, ਸਾਰੀ ਰਾਤ ਇੱਥੇ ਦਵਾਈ ਬਣਦੀ ਹੈ, ਸਾਰਾ ਦਿਨ ਬਣਦੀ ਹੈ, ਲੰਗਰ ਦਾ, ਚਾਹ ਪਾਣੀ ਦਾ ਇੰਤਜ਼ਾਮ ਹੈ, ਹਰ ਟਾਈਮ ਇੱਥੇ ਸੇਵਾਦਾਰ ਸੇਵਾ ਕਰਦੇ ਨੇ। ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਹਾਮੰਡਲੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਵੱਲੋਂ ਅਤੇ ਗ੍ਰਾਮ ਪੰਚਾਇਤ ਰਾਮਪੁਰਾ ਨੈਣਪੁਰਾ।